Dear student, today we are going to discuss a new topic, that is what is satellite and what is the principle of launching a satellite. ਸੈਟੇਲਾਈਟ ਕੀ ਚੀਜ਼ ਹੈ ਇਹਦੇ ਬਾਰੇ ਤੁਸੀਂ ਆਲਰੇਡੀ ਸੁਣਿਆ ਵੀ ਹੈ ਤੇ ਸੈਟੇਲਾਈਟ ਨੂੰ ਜਿਹੜਾ ਅਰਥ ਦੇ ਅਰਾਊਂਡ ਆਰਬਿਟ ਵਿੱਚ ਘੁਮਾਉਣ ਦੇ ਲਈ ਉਹਨੂੰ ਆਰਬਿਟ ਦੇ ਵਿੱਚ ਪੁੱਟ ਕਰਨ ਦੇ ਲਈ ਕਿਹੜਾ ਉਹਦਾ ਪ੍ਰਿੰਸੀਪਲ ਹੈ ਮਗਰ ਸਿਧਾਂਤ ਕੀ ਹੈ ਉਹਦੇ ਬਾਰੇ ਜਿਹੜਾ ਅੱਜ ਅਸੀਂ ਡਿਸਕਸ ਕਰਨਾ ਹੈ। ਇਸ ਦੇ ਨਾਲ ਹੀ ਅਸੀਂ ਸੈਟੇਲਾਈਟ ਦੀ ਆਰਬਿਟਲ ਸਪੀਡ ਜਿਹੜੀ ਹੈ ਅਸੀਂ ਉਹ ਫਾਈਂਡ ਕਰਾਂਗੇ। ਨਾਓ ਫਸਟ ਆਫ ਆਲ we will see what is satellite। ਪਹਿਲਾਂ ਇਹਦੀ ਅਸੀਂ ਡੈਫੀਨੇਸ਼ਨ ਦੇਖਦੇ ਹਾਂ। ਆ ਇਹਦੀ ਮੈਂ ਜਿਹੜੀ ਹੈ ਡੈਫੀਨੇਸ਼ਨ ਲਿਖੀ ਹੈ, a body which is continuously in an orbit around a comparatively much larger body। ਕੋਈ ਵੀ ਇੱਕ ਬੋਡੀ ਹੈ ਜਿਹੜੀ ਕਿਸੇ ਵੱਡੀ ਬੋਡੀ ਦੇ ਅਰਾਊਂਡ ਇੱਕ ਆਰਬਿਟ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਮੂਵ ਕਰ ਰਹੀ ਹੈ, ਉਸ ਨੂੰ ਅਸੀਂ ਜਿਹੜਾ ਬੋਲਦੇ ਹਾਂ ਸੈਟੇਲਾਈਟ। ਜੇ ਅਸੀਂ 9th ਕਲਾਸ ਵਿੱਚ ਅਸੀਂ ਜੋ ਪੜ੍ਹਿਆ ਸੀ ਉਹਦੇ ਅਕੋਰਡਿੰਗ ਚਲੀਏ, ਐਨੀ ਬੋਡੀ ਜਾਂ ਐਨੀਥਿੰਗ which moves around a planet, ਕੋਈ ਵੀ ਚੀਜ਼ ਪਲੈਨਟ ਦੇ ਆਲੇ ਦੁਆਲੇ ਘੁੰਮਦੀ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ ਸੈਟੇਲਾਈਟ। ਜਿਸ ਤਰ੍ਹਾਂ ਅਸੀਂ ਅਰਥ ਦੀ ਗੱਲ ਕਰਦੇ ਹਾਂ, ਅਰਥ ਦੇ ਅਰਾਊਂਡ ਕੌਣ ਘੁੰਮ ਰਿਹਾ ਹੈ? ਸਾਨੂੰ ਪਤਾ ਹੈ ਮੂਨ ਇਜ਼ ਦਾ ਸੈਟੇਲਾਈਟ ਆਫ ਅਰਥ, ਕਿਉਂਕਿ ਜਿਹੜੀ ਚੀਜ਼ ਪਲੈਨਟ ਦੇ ਅਰਾਊਂਡ ਘੁੰਮੇਗੀ ਉਹਨੂੰ ਅਸੀਂ ਕੀ ਬੋਲਦੇ ਹਾਂ ਸੈਟੇਲਾਈਟ। ਮੂਨ ਛੋਟਾ ਹੈ ਤੇ ਜਿਹੜੀ ਅਰਥ ਹੈ ਉਹਦਾ ਸਾਈਜ਼ ਜਿਹੜਾ ਹੈ ਮੂਨ ਦੇ ਅਕੋਰਡਿੰਗ ਬਹੁਤ ਵੱਡਾ ਹੈ। ਇਹਦਾ ਮਤਲਬ ਇੱਕ ਵੱਡੀ ਬਾਡੀ ਇੱਕ ਛੋਟੀ ਬਾਡੀ ਹੋ ਗਈ। ਛੋਟੀ ਬਾਡੀ ਜਿਹੜੀ ਹੈ ਵੱਡੀ ਬਾਡੀ ਦੇ ਅਰਾਊਂਡ ਜਿਹੜੀ ਆਰਬਿਟ 'ਚ ਘੁੰਮਦੀ ਹੈ ਉਸ ਨੂੰ ਅਸੀਂ ਬੇਟਾ ਬੋਲਦੇ ਹਾਂ ਸੈਟੇਲਾਈਟ। ਇਸ ਤਰ੍ਹਾਂ ਕਈ ਸਾਡੇ ਪਲੈਨਟਸ ਨੇ ਜਿਨ੍ਹਾਂ ਦੇ ਬਹੁਤ ਸਾਰੇ ਜਿਹੜੇ ਨੇ ਉਹ ਸੈਟੇਲਾਈਟਸ ਨੇ। ਅਸੀਂ ਪਲੈਨਟ ਨੂੰ ਵੀ ਸੈਟੇਲਾਈਟ ਬੋਲ ਸਕਦੇ ਹਾਂ ਕਿਉਂਕਿ ਸਾਡੇ ਪਲੈਨਟ ਕਿਹਦੇ ਦੁਆਲੇ ਘੁੰਮ ਰਹੇ ਨੇ? ਉਹ ਸਨ ਦੇ ਦੁਆਲੇ ਘੁੰਮ ਰਹੇ ਨੇ। ਸਨ ਵੱਡੀ ਬਾਡੀ ਹੋ ਗਈ, ਪਲੈਨਟ ਛੋਟੇ ਨੇ। ਹੁਣ ਪਲੈਨਟ ਜਿਹੜੇ ਨੇ ਜਦੋਂ ਸਨ ਦੇ ਅਰਾਊਂਡ ਘੁੰਮਦੇ ਨੇ ਤੇ ਅਸੀਂ ਬੋਲਾਂਗੇ ਪਲੈਨਟ ਇਜ਼ ਆਲਸੋ ਏ ਸੈਟੇਲਾਈਟ। ਅਰਥ ਸਨ ਦੇ ਸੈਟੇਲਾਈਟ ਪਲੈਨਟ ਦਾ ਗਾਂ ਸਾਡਾ ਜਿਹੜਾ ਅਰਥ ਹੈ ਉਹਦਾ ਸੈਟੇਲਾਈਟ ਕਿਹੜਾ ਹੈ? ਉਹ ਸਾਡਾ ਕਿਹੜਾ ਆ ਗਿਆ? ਮੂਨ ਆ ਗਿਆ। ਹਾਂਜੀ ਬੇਟਾ ਕਲੀਅਰ? ਇਹਦਾ ਮਤਲਬ ਬਾਡੀ ਜਿਹੜੀ ਲਗਾਤਾਰ ਆਰਬਿਟ 'ਚ ਹੈ ਕੰਪੈਰੀਟਿਵਲੀ ਮੱਚ ਲਾਰਜਰ ਬਾਡੀ ਦੇ ਅਰਾਊਂਡ, ਉਸ ਨੂੰ ਅਸੀਂ ਬੋਲ ਦਿੰਦੇ ਹਾਂ ਸੈਟੇਲਾਈਟ ਕਹਿੰਦੇ ਹਾਂ। ਨਾਓ ਇਹਨੂੰ ਪੰਜਾਬੀ ਦੇ ਵਿੱਚ ਅਸੀਂ ਉਪਗ੍ਰਹਿ ਬੋਲਦੇ ਹਾਂ। ਨਾਓ ਸੈਟੇਲਾਈਟ ਸਾਡੇ ਕੋਲ ਦੋ ਤਰ੍ਹਾਂ ਦੇ ਨੇ। ਇੱਕ ਤੇ ਹੈਗਾ ਸਾਡੇ ਕੋਲ ਨੈਚੁਰਲ ਸੈਟੇਲਾਈਟ। ਬੇਟਾ ਨੈਚੁਰਲ ਸੈਟੇਲਾਈਟ ਜਿਹੜਾ ਗੋਡ ਵੱਲੋਂ ਸਾਨੂੰ ਗਿਫਟਿਡ ਹੈ, ਗੋਡ ਨੇ ਜਿਹੜੀ ਚੀਜ਼ ਬਣਾਤੀ ਉਹ ਸਾਡਾ ਨੈਚੁਰਲ ਸੈਟੇਲਾਈਟ ਹੈ। ਜਿਵੇਂ ਮੂਨ ਇਜ਼ ਦਾ ਨੈਚੁਰਲ ਸੈਟੇਲਾਈਟ ਆਫ ਅਰਥ। ਇਹ ਅਸੀਂ ਤੇ ਨਹੀਂ ਬਣਾਇਆ, ਇਹ ਕੁਦਰਤੀ ਤੌਰ ਤੇ ਹੀ ਜਿਹੜਾ ਅਰਥ ਦੇ ਅਰਾਊਂਡ ਜਿਹੜਾ ਹੈ ਆਰਬਿਟ ਦੇ ਵਿੱਚ ਉਹ ਮੂਵ ਕਰਦਾ ਪਿਆ, ਉਹ ਸਾਡਾ ਹੁੰਦਾ ਹੈ ਨੈਚੁਰਲ ਸੈਟੇਲਾਈਟ। ਨਾਓ ਦੂਸਰਾ ਹੁੰਦਾ ਹੈ ਮੈਨ ਮੇਡ, ਜਾਂ ਇਸ ਨੂੰ ਅਸੀਂ ਆਰਟੀਫੀਸ਼ੀਅਲ ਸੈਟੇਲਾਈਟ ਵੀ ਬੋਲਦੇ ਹਾਂ। ਇਹ ਮੈਨ ਮੇਡ ਜਿਹੜਾ ਅਸੀਂ ਬਣਾਇਆ। ਹੁਣ ਅਸੀਂ ਕਈ ਸੁਣਦੇ ਜੇ ਆਰਿਆਭੱਟਾ, ਸਪੁਟਨਿਕ 1 ਜਿਹੜੇ ਸੈਟੇਲਾਈਟ ਜਿਹੜੇ ਨੇ ਅਸੀਂ ਆਪ ਬਣਾਉਂਦੇ ਹਾਂ, ਬਾਅਦ ਵਿੱਚੋਂ ਇਹਨੂੰ ਅਰਥ ਦੇ ਅਰਾਊਂਡ ਜਿਹੜਾ ਆਰਬਿਟ ਦੇ ਵਿੱਚ ਘੁਮਾਇਆ ਜਾਂਦਾ ਹੈ, ਉਹ ਸਾਡੇ ਜਿਹੜੇ ਨੇ ਮੈਨ ਮੇਡ ਸੈਟੇਲਾਈਟ ਨੇ। ਤੇ ਇਹ ਸੈਟੇਲਾਈਟ ਜਿਹੜੇ ਨੇ ਬਹੁਤ ਹੀ ਇਹਨਾਂ ਦੀ ਇੰਪੋਰਟੈਂਸ ਹੈ। ਜਿੰਨਾ ਵੀ ਸਾਡਾ ਜਿਹੜਾ ਹੈ ਉਹ ਵਰਕ ਚੱਲਦਾ ਪਿਆ, ਸਾਡਾ ਕਮਿਊਨੀਕੇਸ਼ਨ ਹੋ ਰਹੀ ਹੈ, ਟੈਲੀਫੋਨਿਕ ਹੋ ਗਈ, ਟੈਲੀਵਿਜ਼ਨ ਦੇ ਸਿਗਨਲਸ ਜਿਹੜੇ ਸਾਡੇ ਆ ਰਹੇ ਨੇ, ਲਾਈਵ ਟੈਲੀਕਾਸਟ ਹੋ ਰਿਹਾ, ਇਹ ਸਾਰਾ ਕੁਝ ਜਿਹੜਾ ਹੈ ਪੋਸੀਬਲ ਕਿਹਦੇ ਕਰਕੇ ਹੋ ਰਿਹਾ? ਮੈਨ ਮੇਡ ਯਾਨੀ ਕਿ ਆਰਟੀਫੀਸ਼ੀਅਲ ਸੈਟੇਲਾਈਟ ਕਰਕੇ ਹੋ ਰਿਹਾ। ਆਰਟੀਫੀਸ਼ੀਅਲ ਜਿਹੜੇ ਸੈਟੇਲਾਈਟ ਹੁੰਦੇ ਨੇ ਇਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਾਡੇ ਐਕਟਿਵ ਜਿਹੜੇ ਇਕਵਿਪਮੈਂਟ ਲੱਗੇ ਹੁੰਦੇ ਨੇ।
ਇਹਨਾਂ ਦੇ ਵਿੱਚ ਕਾਫੀ ਐਕਟਿਵ ਇਕਵਿਪਮੈਂਟ ਹੁੰਦੇ ਨੇ, ਜਿਸ ਤਰ੍ਹਾਂ ਕਿ ਅਸੀਂ ਫੋਟੋ ਲੈ ਸਕਦੇ ਹਾਂ, ਕੈਮਰੇ ਲੱਗੇ ਹੁੰਦੇ ਨੇ, ਠੀਕ ਹੈ। ਮੂਵੀਜ਼ ਜਿਹੜੀਆਂ ਬਣਦੀਆਂ ਨੇ ਉਹ ਉੱਥੋਂ ਦੂਜੇ ਪਲੈਨਟ ਤੋਂ, ਦੂਜੇ ਗ੍ਰਹਿਆਂ ਦੀਆਂ ਫੋਟੋ ਖਿੱਚ ਕੇ ਇਹ ਥੱਲੇ ਜਿਹੜੇ ਨੇ ਇਹ ਟਰਾਂਸਮਿਟ ਕਰਦੇ ਨੇ। ਨਾਓ ਇਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਅੱਗੇ ਜਾ ਕੇ ਪੜਾਂਗੇ, ਜਿਵੇਂ ਜੀਓ ਸਟੇਸ਼ਨਰੀ ਸੈਟੇਲਾਈਟ ਕੀ ਚੀਜ਼ ਹੈ ਉਹਦੇ ਬਾਰੇ ਅਸੀਂ ਨੈਕਸਟ ਪੜਾਂਗੇ। ਲੇਕਿਨ ਸਾਡਾ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਕਿ ਸੈਟੇਲਾਈਟ ਨੂੰ ਆਰਬਿਟ ਵਿੱਚ ਕਿਸ ਤਰ੍ਹਾਂ ਪੁੱਟ ਕੀਤਾ ਜਾਂਦਾ ਹੈ ਤੇ ਉਹਦੀ ਆਰਬਿਟ ਦੀ ਵਿੱਚ ਉਹਦੀ ਆਰਬਿਟਲ ਸਪੀਡ ਜਿਹੜੀ ਹੈ ਅਸੀਂ ਉਹ ਕੈਲਕੂਲੇਟ ਕਰਨੀ ਹੈ। ਆਈ ਥਿੰਕ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਵਾਟ ਇਜ਼ ਸੈਟੇਲਾਈਟ ਤੇ ਇਹਦੀਆਂ ਜਿਹੜੀਆਂ ਨੇ ਦੋ ਟਾਈਪਸ ਵੀ ਤੁਸੀਂ ਇਹਨੂੰ ਯਾਦ ਰੱਖਣਾ ਹੈ। ਨਾਓ ਸੈਕੰਡ ਸਾਡਾ ਜਿਹੜਾ ਪੁਆਇੰਟ ਹੈ ਪ੍ਰਿੰਸੀਪਲ ਆਫ ਲਾਂਚਿੰਗ ਅ ਸੈਟੇਲਾਈਟ। ਸੈਟੇਲਾਈਟ ਨੂੰ ਜਿਹੜਾ ਮੈਨ ਮੇਡ ਹੈ ਇਹਨੂੰ ਲਾਂਚ ਕਿਵੇਂ ਕੀਤਾ ਜਾਂਦਾ ਹੈ, ਇਹਨੂੰ ਅਸੀਂ ਉੱਪਰ ਕਿਵੇਂ ਭੇਜਦੇ ਹਾਂ। ਬੇਟਾ ਤੁਸੀਂ ਕਈ ਵਾਰੀ ਟੈਲੀਵਿਜ਼ਨ ਦੇ ਵਿੱਚ ਨਿਊਜ਼ 'ਚ ਦੇਖਿਆ ਹੋਣਾ, ਇੱਕ ਰਾਕਟ ਦੇ ਥਰੂ ਜਿਹੜਾ ਹੈ ਸੈਟੇਲਾਈਟ ਨੂੰ ਅਸੀਂ ਪਹਿਲਾਂ ਭੇਜਦੇ ਹਾਂ। ਨਾਓ ਵਾਟ ਇਜ਼ ਇਟਸ ਪ੍ਰਿੰਸੀਪਲ, ਇਹਦਾ ਕੀ ਸਿਧਾਂਤ ਹੈ, ਆਓ ਇਸ ਨੂੰ ਜਸਟ ਅਸੀਂ ਇੱਕ ਡਾਇਗਰਾਮ ਦੇ ਥਰੂ ਜਿਹੜਾ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਪੋਜ਼ ਦਿਸ ਇਜ਼ ਦਾ ਅਰਥ। ਸਾਨੂੰ ਪਤਾ ਅਰਥ ਦੀ ਜਿਹੜੀ ਸ਼ੇਪ ਕਿਹੜੀ ਹੈ, ਸਫੈਰਿਕਲ, ਤੇ ਇਹਦੀ ਯੂਨੀਫਾਰਮ ਕੀ ਹੈ, ਡੈਂਸਿਟੀ। ਅਰਥ ਦਾ ਰੇਡੀਅਸ ਕਿੰਨਾ ਹੈਗਾ, ਕੈਪੀਟਲ ਆਰ। ਅਰਥ ਦਾ ਅਸੀਂ ਮਾਸ ਕਿੰਨਾ ਲਿਖਦੇ ਹਾਂ, ਜੇ ਚਾਹੋ ਤੇ ਲਿਖ ਸਕਦੇ ਹਾਂ ਕੈਪੀਟਲ ਐਮ। ਅਰਥ ਦਾ ਸੈਂਟਰ ਕਿੰਨਾ ਹੈ, O। ਨਾਓ ਅਸੀਂ ਅਰਥ ਤੋਂ ਕਾਫੀ ਉਚਾਈ ਤੇ ਕਾਫੀ ਹਾਈਟ ਤੇ ਚਲੇ ਗਏ। ਪਹਿਲਾਂ ਕਿੰਨੀ ਹਾਈਟ, ਜਿੱਥੋਂ ਤੱਕ ਸਾਡਾ ਐਟਮੋਸਫੀਅਰ ਹੈਗਾ ਬੇਟਾ। ਸਾਡਾ ਐਟਮੋਸਫੀਅਰ ਘੱਟੋ ਘੱਟ ਬੁਲਾਈਏ ਤੇ 20 ਕਿਲੋਮੀਟਰ 30 ਕਿਲੋਮੀਟਰ ਤੱਕ ਹੈ। ਇੰਨੀ ਉਚਾਈ ਤੇ ਅਸੀਂ ਚਲੇ ਗਏ। ਮੰਨ ਲਓ ਇੰਨੀ ਵੱਡੀ ਇੱਕ ਬਿਲਡਿੰਗ ਖੜੀ ਕਰ ਦਿੱਤੀ ਅਰਥ ਦੇ ਸਰਫੇਸ ਦੇ ਉੱਪਰ। ਮੰਨ ਲਓ ਇਹ ਜਿਹੜੀ ਹਾਈਟ ਹੈ ਨਾ, ਇਹ ਲਗਭਗ ਜਿੰਨਾ ਡਿਸਟੈਂਸ ਸਾਡਾ ਜਿਸ ਤਰ੍ਹਾਂ ਸਾਡਾ ਐਟਮੋਸਫੀਅਰ ਫੈਲਿਆ ਹੈ, ਇਹ ਉਹ ਹਾਈਟ ਹੋ ਗਈ। ਉਸ ਹਾਈਟ ਤੇ ਜਾ ਕੇ ਅਸੀਂ ਕੀ ਕੀਤਾ, ਕੋਈ ਵੀ ਚੀਜ਼ ਹੈ, ਕੋਈ ਆਪਣੇ ਹੱਥ ਵਿੱਚ ਕੋਈ ਪੱਥਰ ਹੈ ਜਾਂ ਕੋਈ ਵੀ, ਮੰਨ ਲਓ ਇੱਕ ਸਾਡੇ ਕੋਲ ਮੈਨ ਮੇਡ ਸੈਟੇਲਾਈਟ ਹੈ, ਕਲੀਅਰ। ਇਸ ਨੂੰ ਅਸੀਂ ਹੋਰੀਜੈਂਟਲ, ਬਿਲਕੁਲ ਅਸੀਂ ਹੋਰੀਜੈਂਟਲ ਵੈਲੋਸਿਟੀ ਦੇ ਨਾਲ ਇਸ ਨੂੰ ਅਸੀਂ ਪ੍ਰੋਜੈਕਟ ਕੀਤਾ, ਸੁੱਟਣਾ ਹੈ। ਹੋਰੀਜੈਂਟਲੀ ਅਸੀਂ ਇਹਨੂੰ ਸੁੱਟਿਆ। ਜਿਸ ਤਰ੍ਹਾਂ ਲਾਈਕ ਮੰਨ ਲਓ ਕਿ ਮੇਰੇ ਕੋਲ ਇਹ ਛੋਟਾ ਜਿਹਾ ਚੌਕ ਦਾ ਟੁਕੜਾ ਹੈ, ਮੰਨ ਲਓ ਇਹ ਸੈਟੇਲਾਈਟ ਹੈ ਤੇ ਮੈਂ ਉਸ ਹਾਈਟ ਤੇ ਖੜਾ ਹਾਂ ਤੇ ਇਹਨੂੰ ਮੈਂ ਦੇਖੋ ਵੀ ਸੁੱਟਦਾ। ਜਦੋਂ ਇਹਨੂੰ ਮੈਂ ਸੁੱਟਾਂਗਾ then what will happen, ਜਿਹੜੀ ਉਹ ਬੋਡੀ ਹੈ ਜਿਹੜੀ ਆਪਾਂ ਸੁੱਟੀ ਹੈ, it will follow a parabolic path। ਉਹ ਬਿਲਕੁਲ ਇੱਕ ਪੈਰਾਬੋਲਿਕ ਪਾਥ। ਇਹ ਦੇਖੋ ਕਰਵ ਟਾਈਪ, ਇਹ ਬੇਟਾ ਤੁਸੀਂ ਦੇਖ ਰਹੇ ਹੋ, ਇਹ ਇੱਕ ਪੈਰਾਬੋਲਿਕ ਪਾਥ ਹੈ। ਕਰਵ ਟਾਈਪ ਜਿਹੜਾ ਹੈ ਉਹ ਬੋਡੀ ਜਿਹੜੀ ਹੈ ਨੀਚੇ ਆ ਕੇ ਅਰਥ ਦੇ ਸਰਫੇਸ ਦੇ ਉੱਪਰ ਕਿਤੇ ਨਾ ਕਿਤੇ ਜਾ ਕੇ ਉਹ ਸਟ੍ਰਾਈਕ ਕਰੇਗੀ। ਸਪੋਜ਼ ਉਹ ਕਿਹੜੇ ਪੁਆਇੰਟ ਤੇ ਸਟ੍ਰਾਈਕ ਕੀਤੀ, ਐਟ ਪੁਆਇੰਟ A ਤੇ ਆ ਕੇ ਉਹ ਨੀਚੇ ਆ ਕੇ ਡਿੱਗ ਪਈ। ਹਾਂਜੀ ਬੇਟਾ ਕਲੀਅਰ। ਇਟ ਜਸਟ ਬਿਕਮ ਏ ਪ੍ਰੋਜੈਕਟਾਈਲ। ਇਹ ਪਿੱਛੇ ਅਸੀਂ ਚੈਪਟਰ ਪੜਿਆ ਸੀ ਪ੍ਰੋਜੈਕਟਾਈਲ ਮੋਸ਼ਨ। ਜਦੋਂ ਵੀ ਬੋਡੀ ਫਾਲਸ ਫ੍ਰੀਲੀ ਅੰਡਰ ਗ੍ਰੈਵਿਟੀ then it will follow a parabolic path। ਉਹ ਇੱਥੇ ਆ ਕੇ ਜਿਹੜੀ ਆ ਉਹ ਅਰਥ ਦੇ ਸਰਫੇਸ ਉੱਪਰ ਆ ਕੇ ਨੀਚੇ ਸਟ੍ਰਾਈਕ ਕਰ ਗਈ। ਹੁਣ ਮੈਂ ਕੀ ਕੀਤਾ, ਥੋੜੀ ਜੀ ਵੈਲੋਸਿਟੀ ਜਿਹੜੀ ਹੈ ਵਧਾ ਦਿੱਤੀ। ਜਿਹੜੀ ਆ ਹੋਰੀਜੈਂਟਲ ਵੈਲੋਸਿਟੀ ਹੈ ਇਹਨੂੰ ਮੈਂ ਇਨਕਰੀਜ਼ ਕਰਤਾ। ਜਦੋਂ ਮੈਂ ਇਹਨੂੰ ਇਨਕਰੀਜ਼ ਕੀਤਾ ਹੋਏਗਾ ਕਿ ਉਹ ਪਹਿਲਾਂ A ਪੁਆਇੰਟ ਤੇ ਡਿੱਗੀ ਹੈ, ਹੁਣ ਬੋਡੀ ਜਿਹੜੀ ਹੈ ਕਿਹੜੇ ਪੁਆਇੰਟ ਤੇ ਡਿੱਗੇਗੀ, ਥੋੜਾ ਦੂਰ ਜਾ ਕੇ ਡਿੱਗੇਗੀ। ਕਿਹੜੇ ਪੁਆਇੰਟ ਤੇ, B ਪੁਆਇੰਟ ਤੇ ਡਿੱਗੀ। ਸਿਮਿਲਰਲੀ ਮੈਂ ਹੋਰ ਵੈਲੋਸਿਟੀ ਵਧਾਤੀ, ਹੋਏਗਾ ਕਿ ਬੋਡੀ ਵਿਲ ਰੀਚ ਅਪ ਟੂ ਪੁਆਇੰਟ C। ਫਿਰ ਹੋਰ ਵੈਲੋਸਿਟੀ ਵਧਾਈ ਤੇ ਬੋਡੀ ਜਿਹੜੀ ਹੈ D ਪੁਆਇੰਟ ਦੇ ਉੱਪਰ ਜਾ ਕੇ ਉਹ ਸਟ੍ਰਾਈਕ ਕੀਤੀ ਹੈ ਅਰਥ ਦੇ ਸਰਫੇਸ ਦੇ ਉੱਪਰ। ਜਿਉਂ-ਜਿਉਂ ਇਹ ਹੋਰੀਜੈਂਟਲ ਸਪੀਡ ਵੱਧਦੀ ਪਈ ਹੈ, ਬੋਡੀ ਜਿਹੜੀ ਹੈ ਉਹਦੀ ਰੇਂਜ ਇਸ ਪੁਆਇੰਟ ਤੋਂ ਉਹਨਾਂ ਦੂਰ ਜਾ ਕੇ ਜਿਹੜੀ ਹੈ ਬੋਡੀ ਜਿਹੜੀ ਹੈ ਉਹ ਸਟ੍ਰਾਈਕ ਕਰ ਰਹੀ ਹੈ ਔਨ ਦਾ ਅਰਥ ਸਰਫੇਸ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਜਿਉਂ-ਜਿਉਂ ਵੈਲੋਸਿਟੀ ਵਧਾਈ ਜਾਈਏ, ਸਪੀਡ ਵਧਾਈ ਜਾਈਏ, ਬੋਡੀ ਜਿਹੜੀ ਹੈ ਦੂਰ ਜਾ ਕੇ ਡਿੱਗਦੀ ਹੈ। ਪਰ ਅਰਥ ਦੀ ਸ਼ੇਪ ਦੇਖੋ ਬਿਲਕੁਲ ਅੱਗੇ ਜਾ ਕੇ ਸਫੈਰਿਕਲ ਹੋ ਗਈ। ਇਹਦਾ ਮਤਲਬ ਜੇ ਮੈਂ ਬੋਡੀ ਦੀ ਸਪੀਡ ਇੰਨੀ ਜ਼ਿਆਦਾ ਕਰਤੀ then ਕੀ ਹੋਏਗਾ, ਬੋਡੀ ਵਿਲ not strike on the surface। ਆ ਦੇਖੋ ਕਿਉਂਕਿ ਅਰਥ ਤੇ ਇੱਥੋਂ ਹੀ ਗੋਲ ਹੋ ਗਈ। then the body will
move around the earth in an orbit, ਉਹ ਬੋਡੀ ਜਿਹੜੀ ਹੈ ਆਰਬਿਟ ਦੇ ਵਿੱਚ ਜਿਹੜੀ ਹੈ ਉਹ ਮੂਵ ਕਰਨ ਲੱਗ ਪੈਂਦੀ ਹੈ ਤੇ ਇਸ ਤਰ੍ਹਾਂ ਇਹ ਜਿਹੜੀ ਬੋਡੀ ਸੀਗੀ ਇਹ ਬਣ ਗਈ ਸਾਡੀ ਕੀ ਬਣ ਜਾਂਦੀ ਹੈ ਸਾਡੇ ਕੋਲ ਸੈਟੇਲਾਈਟ ਬਣ ਜਾਂਦੀ ਹੈ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਸੈਟੇਲਾਈਟ ਨੂੰ ਪਹਿਲਾਂ ਲਾਂਚ ਕਰਨ ਦੇ ਲਈ ਕਾਫੀ ਹਾਈਟ ਤੋਂ ਜਿਹੜਾ ਹੈ ਉਹਨੂੰ ਅਸੀਂ ਪ੍ਰੋਜੈਕਟ ਕਰਦੇ ਹਾਂ। ਉਹ ਰਾਕਟ ਜਿਹੜਾ ਉਹਨੂੰ ਉੱਪਰ ਲੈ ਕੇ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਹੈ ਉਹਨੂੰ ਹੋਰੀਜ਼ੋਨਟਲ ਸਪੀਡ ਪ੍ਰੋਵਾਈਡ ਕਰਕੇ ਉਹਨੂੰ ਅਰਥ ਦੇ ਅਰਾਊਂਡ ਜਿਹੜਾ ਹੈ ਮੂਵ ਕਰਵਾਇਆ ਜਾਂਦਾ ਹੈ ਤੇ ਆ ਜੇ ਉਹਦਾ ਆਰਬਿਟ ਜਿਹਦੇ ਵਿੱਚ ਸੈਟੇਲਾਈਟ ਮੂਵ ਕਰਦਾ ਹੈ। ਬੇਟਾ ਆਰਬਿਟ ਬਾਰੇ ਤੁਸੀਂ ਆਲਰੇਡੀ ਹੀ ਜਾਣੂ ਹੋ, ਤੁਸੀਂ ਕੈਮਿਸਟਰੀ ਵੀ ਵਧੀਆ ਤਰੀਕੇ ਨਾਲ ਪੜ੍ਹ ਰਹੇ ਹੋ। ਕੈਮਿਸਟਰੀ ਦੇ ਵਿੱਚ ਅਸੀਂ ਆਰਬਿਟ ਬਾਰੇ ਡਿਸਕਸ ਕਰਦੇ ਹਾਂ। ਆਰਬਿਟ ਵਿੱਚ ਕਿਹੜੀ ਚੀਜ਼ ਮੂਵ ਕਰਦੀ ਹੈ ਬੇਟਾ? ਇਲੈਕਟ੍ਰੋਨਸ ਮੂਵ ਕਰਦੇ ਨੇ। ਜਿਸ ਤਰ੍ਹਾਂ ਆਰਬਿਟ ਵਿੱਚ ਇਲੈਕਟ੍ਰੋਨ ਮੂਵਸ ਕਰ ਰਹੇ ਨੇ, ਇਸ ਤਰ੍ਹਾਂ ਆਰਬਿਟ ਦੇ ਵਿੱਚ ਸਾਡਾ ਸੈਟੇਲਾਈਟ ਮੂਵ ਕਰ ਰਿਹਾ ਤੇ ਬਿਲਕੁਲ ਸੈਂਟਰ 'ਚ ਕੌਣ ਹੈ? ਅਰਥ ਹੈ ਤੇ ਇਲੈਕਟ੍ਰੋਨ ਵਾਲੇ ਕੇਸ ਵਿੱਚ ਸੈਂਟਰ ਵਿੱਚ ਕੌਣ ਹੁੰਦਾ? ਸਾਡਾ ਨਿਊਕਲੀਅਸ ਹੁੰਦਾ। ਹਾਂਜੀ ਬੇਟਾ ਕਲੀਅਰ। ਸਿਮਿਲਰਲੀ ਉੱਥੇ ਵੀ ਇਸ ਤਰ੍ਹਾਂ ਹੀ ਮੂਵ ਕਰ ਰਹੇ ਨੇ। ਇਸ ਤਰ੍ਹਾਂ ਸਾਡੇ ਕੋਲ ਜਿਹੜਾ ਸੈਟੇਲਾਈਟ ਜਿਹੜਾ ਹੈ ਸਾਡਾ ਅਰਥ ਦੇ ਅਰਾਊਂਡ ਜਿਹੜਾ ਹੈ ਉਹ ਮੂਵ ਕਰਦਾ ਜਾਂਦਾ ਹੈ। ਇਹਦਾ ਮਤਲਬ ਸੈਟੇਲਾਈਟ ਨੂੰ ਲਾਂਚ ਕਰਨ ਦਾ ਇੱਕ ਤਰੀਕਾ ਹੈ ਕਿ ਇਹਨੂੰ ਇੱਕ ਹੋਰੀਜ਼ੋਨਟਲ ਸਪੀਡ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਆਰਬਿਟਲ ਸਪੀਡ। ਉਸ ਸਪੀਡ ਦੇ ਨਾਲ ਉਹ ਸੈਟੇਲਾਈਟ ਸਾਡਾ ਜਿਹੜਾ ਹੈ ਅਰਥ ਦੇ ਅਰਾਊਂਡ ਕਿਸੇ ਆਰਬਿਟ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਪੁੱਟ ਹੋ ਜਾਂਦਾ ਹੈ। ਉਸ ਤੋਂ ਬਾਅਦ ਅਰਥ ਦੇ ਅਰਾਊਂਡ ਜਿਹੜਾ ਹੈ ਉਹ ਮੂਵ ਕਰਦਾ ਰਹਿੰਦਾ ਹੈ। ਦਿਸ ਇਜ਼ ਦਾ ਪ੍ਰਿੰਸੀਪਲ ਆਫ launching a satellite. Now I am going to derive an expression for orbital speed. ਹੁਣ ਅਸੀਂ ਜਿਹੜਾ ਹੈ orbital speed ਦਾ ਜਿਹੜਾ ਅਸੀਂ ਮੇਨ ਫਾਰਮੂਲਾ ਜਿਹੜਾ ਅਸੀਂ ਹੁਣ ਡਰਾਈਵ ਕਰਨ ਜਾ ਰਹੇ ਹਾਂ। What is the formula for orbital speed? ਪਹਿਲਾਂ ਅਸੀਂ ਇੱਥੇ ਹੈਡਿੰਗ ਲਿਖ ਲੈਂਦੇ ਹਾਂ, what is orbital speed? It is very important topic. बेटा बहुत ही ज़्यादा इंपॉर्टेंट टॉपिक है। जिस तरह तुसी escape speed फाइंड कीती है, इस तरह साढ़े को ऑर्बिटल स्पीड है। इन्हां दोनों आर्टिकल दे विचों कोई ना कोई आर्टिकल जिहड़ा है वो फाइनल एग्जाम्स दे विच जिहड़ा है पुछया ही जाता है। Now what is orbital speed? It is a minimum speed जिहदे राहीं सैटेलाइट नूं सुटिया जाएगा ते सैटेलाइट काहदे विच पुट हो जाएगा? ऑर्बिट ਦੇ ਵਿੱਚ ਪੁੱਟ ਹੋ ਜਾਏਗਾ ਤੇ ਕਿੱਥੇ ਮੂਵ ਕਰੇਗਾ? ਅਰਾਊਂਡ ਦਾ ਪਲੈਨਟ। ਅਸੀਂ ਕਿਹੜੇ ਪਲੈਨਟ ਦੀ ਗੱਲ ਕਰਾਂਗੇ? ਅਸੀਂ ਸਿਰਫ ਤੇ ਸਿਰਫ ਅਰਥ ਦੀ ਜਿਹੜੀ ਹੈ ਆਪਾਂ ਉਹਦੀ ਗੱਲ ਕਰਨੀ ਹੈ। ਨਾਓ ਦਿਸ ਇਜ਼ ਦਾ ਅਰਥ। ਇਹਦਾ ਜਿਹੜਾ ਹੈ ਰੇਡੀਅਸ ਦੇਖੋ ਬੇਟਾ ਕਿੰਨਾ ਹੈ। ਇਹਦਾ ਰੇਡੀਅਸ ਅਸੀਂ ਲਿਖ ਦਿੱਤਾ r। ਕੋਈ ਬੱਚਾ ਮੈਨੂੰ ਰੇਡੀਅਸ ਦੀ ਜਿਹੜੀ ਹੈ ਵੈਲਿਊ ਦੱਸ ਸਕਦਾ ਹੈ? ਰੇਡੀਅਸ ਦੀ ਜਿਹੜੀ ਵੈਲਿਊ ਹੁੰਦੀ ਹੈ ਸਾਨੂੰ ਪਤਾ ਹੈ 6400 ਕਿਲੋਮੀਟਰ। Now this is the radius of earth. ਅਰਥ ਦਾ ਮਾਸ ਕਿੰਨਾ ਹੈ? ਕੈਪੀਟਲ M। Now ਇਹ ਹੈਗਾ ਸਾਡਾ ਆਰਬਿਟ। ਇਹ ਕਿਹੜਾ ਆਰਬਿਟ ਹੈ? ਜਿਹਦੇ ਵਿੱਚ ਕੌਣ ਮੂਵ ਕਰ ਰਿਹਾ? ਸੈਟੇਲਾਈਟ। ਤੇ ਆ ਜਿਹੜਾ ਹੈ ਅਸੀਂ ਇਸ ਤਰ੍ਹਾਂ ਸ਼ੋ ਕਰ ਦਿੰਦੇ ਆ ਕਿ ਸੈਟੇਲਾਈਟ ਇਜ਼ ਮੂਵਿੰਗ ਅਰਾਊਂਡ ਦਾ ਅਰਥ। ਸੈਟੇਲਾਈਟ ਦਾ ਆਪਣਾ ਮਾਸ ਕਿੰਨਾ ਹੈ? ਸਮਾਲ m। ਕੈਪੀਟਲ M ਅਰਥ ਦਾ ਮਾਸ। ਸੈਟੇਲਾਈਟ ਇੱਕ ਛੋਟੀ ਬੋਡੀ ਹੈ, ਉਹਦਾ ਆਪਣਾ ਮਾਸ ਕਿੰਨਾ ਹੈਗਾ ਸਾਡੇ ਕੋਲ? ਸਮਾਲ m। ਸੈਟੇਲਾਈਟ ਜਿਹੜਾ ਹੈ ਉਹ ਕਿੰਨਾ ਦੂਰ ਹੈ ਅਰਥ ਤੋਂ? ਇਹਦੀ ਜਿਹੜੀ ਹਾਈਟ ਹੈ ਉਹ ਹੈਗੀ ਆ ਸਾਡੇ ਕੋਲ h। ਸਰਫੇਸ ਆਫ ਅਰਥ ਤੋਂ, ਜਿਹੜੀ ਸਰਫੇਸ ਆਫ ਅਰਥ ਤੋਂ ਕਿੰਨਾ ਉੱਚਾ ਸੈਟੇਲਾਈਟ ਐਟ ਏ ਹਾਈਟ h ਘੁੰਮਦਾ ਪਿਆ। ਹਾਂਜੀ ਬੇਟਾ ਕਲੀਅਰ। ਸਰਫੇਸ ਆਫ ਅਰਥ ਤੋਂ ਸੈਟੇਲਾਈਟ ਜਿਹੜਾ ਕਿੰਨੀ ਹਾਈਟ ਤੇ ਆ? h ਹਾਈਟ ਦੇ ਉੱਤੇ ਆ। ਨਾਓ what will be that height? ਇਹ ਟੋਟਲ ਕਿੰਨੀ ਹੋ ਜਾਏਗੀ? ਇਸ ਟੋਟਲ ਨੂੰ ਅਸੀਂ ਲਿਖ ਦਿੱਤਾ ਹੈ ਸਮਾਲ r। ਆ ਰੇਡੀਅਸ ਆਫ ਅਰਥ, ਆ ਸੈਟੇਲਾਈਟ ਸਰਫੇਸ ਤੋਂ h ਹਾਈਟ ਹੈ, ਆ ਵੀ h ਹੀ ਹੈ, ਇੱਥੇ ਵੀ ਤੁਸੀਂ h ਲਿਖ ਸਕਦੇ ਹੋ। ਤੇ ਇਹ ਟੋਟਲ ਨੂੰ ਅਸੀਂ ਕਿੰਨਾ ਲਿਖ ਦਿੱਤਾ ਹੈ? ਇਹ ਸਾਡਾ ਜਿਹੜਾ ਟੋਟਲ ਹੈ ਇਟ ਇਜ਼ ਇਕੁਅਲ ਟੂ r। ਇਹਨੂੰ ਅਸੀਂ r ਕਹਤਾ ਤੇ r ਦੀ ਵੈਲਿਊ ਤੁਸੀਂ ਆਪ ਸੋਚੋ ਪਹਿਲਾਂ। what will be the value of r now?
दिस इज कैपिटल आर, दिस इज एच, आ भी कैपिटल आर, एच है, ते टोटल साडे कोल आर ओ तो लैके इथों तक। नाउ व्हाट विल बी द वैल्यू ऑफ आर? इट विल बी इक्वल टू आर प्लस एच। हाँ जी बेटा क्लियर। हाइट जदों भी लैनी है हमेशा सरफेस तो लैनी है। पिछे एक असी आल्टीट्यूड वाला भी आर्टिकल पढ़िया सी, उत्थे भी मैं जिहड़ी हाइट लई सी सरफेस तो ही लैनी है। हाँ जी बेटा क्लियर। नाउ व्हाट इज द डिस्टेंस ऑफ सैटेलाइट फ्रॉम द सेंटर ऑफ अर्थ? सेंटर ऑफ अर्थ तो कितना दूर है? आर प्लस एच। इनू मैं शॉर्टकट विच की लिख दिता है? स्मॉल आर लिख दिता है। नाउ हाउ टू कैलकुलेट ऑर्बिटल स्पीड? बेटा बहुत ही ईजी है, इनू बड़े ध्यान नाल सुनना ते सिर्फ 1 मिनट दे विच तुहानू जिहड़ी है चीज सारी क्लीयर हो जाएगी। जदों भी कोई बॉडी किसी दूसरी बॉडी दे अराउंड सर्कल दे विच मूव करे, सर्कुलर पाथ डिस्क्राइब करे, ਇਹਦਾ मतलब है कि कोई ना कोई फोर्स ਉਹਨੂੰ सर्कुलर पाथ विच घुमा रही है। हाँ जी बेटा क्लियर। सानू पता है जे डोर दे नाल पत्थर बंद लईए ते बाद विचों जदों असीं पत्थर नूं घुमाने आ ते की होंदा है? then the stone will describe a circular path। कोई भी चीज सर्कल च घूमे ਇਹਦਾ मतलब है कि एक फोर्स ਉਹਨੂੰ घुमा रही है ते उस फोर्स ਦਾ नाम ਤੁਸੀਂ ऑलरेडी बेटा जानते हो। उस फोर्स ਦਾ नाम ਹੁੰਦਾ है, हाँ जी पूरा करो अपने आप, सेंट्रीपीटल फोर्स। ਇਹ फोर्स ਹੁੰਦੀ है ਜਿਹੜੀ बॉडी ਨੂੰ सर्कुलर पाथ ਵਿੱਚ मूव करा रही है। हाँ जी बेटा क्लियर। ਹੁਣ सर्कल च कौन घूम रहा है? मेरा सैटेलाइट इस सर्कल दे विच ऑर्बिट च घूमी जा रहा है। ਇਹਦਾ मतलब आ जिहड़ा मेरा सैटेलाइट है इनू आ वाली फोर्स जिहड़ी है पक्का मिली हुई है, ਇਹਦੇ करके ते आ घूमी जा रहा है। ते सेंट्रीपीटल फोर्स का जिहड़ा फार्मूला हुंदा है mv²/r। सेंट्रीपीटल फोर्स का फार्मूला mv²/r, इनू याद रखना है। ए मास जिहड़ी बॉडी घूमदी पई है सर्कल च, मान लो सैटेलाइट, v ਜਿਹੜੀ स्पीड नाल घूमती है वो केड़ी होएगी? ऑर्बिटल स्पीड होएगी। ते r ਉਹਦਾ रेडियस, ਇਹਦਾ ऑर्बिट ਦਾ रेडियस ਕਿਹੜਾ ਬਣਦਾ ਹੈ? स्मॉल r। इथों सेंटर ਤੇ आई है, रेडियस हमेशा किथों लईदा? सेंटर तो लैके आ डिस्टेंस हो गया। ਇਹ ਜੇ ਸਾਡੀ और सेंट्रीपीटल फोर्स, ਇਹਦੇ करके इस फोर्स करके बॉडी ਜਿਹੜੀ है सर्कुलर पाथ डिस्क्राइब कर रही है। हाँ जी बेटा क्लियर। ਇਹਦਾ ਪਹਿਲਾ ਫਾਰਮੂਲਾ ਆਪਣੇ ਮਾਈਂਡ 'ਚ ਵਸਾ ਲਓ, क्योंकि मैं इस तो बाद इनू मैं रब कर लगा है, इस तो बाद मैं फिर अगे जाना है। इनू नोट कर लो, व्हाट इज द फार्मूला फॉर सेंट्रीपीटल फोर्स? यह फार्मूला कितना है? mv²/r। यह तुसी बेटा नोट कर लिया। हुण गल है कि यह फोर्स आई कित्थों? अरे यह फोर्स कित्थों आ गई? सेंट्रीपीटल फोर्स कित्थों आई? इनू पैदा करने वाला कौन है? सेंट्रीपीटल फोर्स नू पैदा करने वाला साडी दूजी फोर्स है। ते उस फोर्स का की नाम है? ग्रेविटेशनल फोर्स। क्योंकि ग्रेविटेशनल फोर्स जिहड़ी न्यूटन ने सानू दसी सी, जी एक वड्डा एम एक छोटा एम थले r², आ वाली जिहड़ी फोर्स असी पढ़ी है न्यूटन वाली, न्यूटन लॉ ऑफ ग्रेविटेशन। एदा मास m, सैटेलाइट का मास m, इन्हां दोनों ने एक दूजे को खिंच के रखा है। केड़ी फोर्स करके? ग्रेविटेशनल फोर्स करके। इसे फोर्स करके गां केड़ी फोर्स पैदा हो जाती है साडे कोल? सेंट्रीपीटल फोर्स। हाँ जी बेटा क्लियर। सेंट्रीपीटल फोर्स नू पैदा करने वाला ग्रेविटेशनल फोर्स है। हाँ जी बेटा क्लियर। हुण तुसीं बोलो भी है किस तरह? बेटा जे असीं पत्थर की गल करते हैं, पत्थर नूं डोर नाल बंधिया जे, कांटी बनाई जे, तो जदों पत्थर नूं इस तरह घुमाते जे, पत्थर कच घूमदा है? सर्कुलर पाथ विच। पत्थर को केड़ी फोर्स है? सेंट्रीपीटल फोर्स है। पर बेटा उन्होंने घुमाण वाली जिहड़ी देखो जो डोर है ना, डोर जिन्ने पत्थर नूं पकड़ के रखिया है, खिंच के रखिया है, ਉਹਦੇ ਕਰਕੇ ਜੇ ਡੋਰ ਟੁੱਟ ਜਾਵੇ, ਜੇ ਡੋਰ ਟੁੱਟ ਜਾਂਦੀ ਹੈ ਤੇ ਪੱਥਰ ਫਿਰ ਸਰਕਲ ਪਾਥ ਨਹੀਂ ਘੁੰਮਦਾ। ਜਿੰਨਾ ਚਿਰ ਉਹ ਡੋਰ ਦੇ ਨਾਲ ਵੱਜਾ
ਉਨੀ ਦੇਰ ਤੱਕ ਉਹ ਸਰਕੂਲਰ ਪਾਥ 'ਚ ਘੁੰਮ ਸਕਦਾ ਹੈ, ਤੇ ਜੇ ਉਹ ਡੋਰ ਟੁੱਟ ਗਈ ਤੇ ਫਿਰ ਨਹੀਂ ਹੋਏਗਾ। ਹੁਣ ਬੇਟਾ ਇੱਥੇ ਡੋਰ ਤੁਹਾਨੂੰ ਨਜ਼ਰ ਆ ਰਹੀ ਹੈ, ਪਰ ਇਹਦੇ ਵਿੱਚ ਕੀ ਹੈ, ਗ੍ਰੈਵੀਟੇਸ਼ਨਲ ਫੋਰਸ ਜਿਹੜੀ ਉਹ ਡੋਰ ਦਾ ਕੰਮ ਹੀ ਕਰਦੀ ਹੈ। ਗ੍ਰੈਵੀਟੇਸ਼ਨਲ ਫੋਰਸ ਨੇ ਖਿੱਚ ਕੇ ਰੱਖਿਆ ਹੈ, ਤੇ ਨਾਲ ਉਹਨੂੰ ਕਿਹੜੀ ਫੋਰਸ ਮਿਲਦੀ ਬਾਅਦ ਚੋਂ, ਸੈਂਟਰੀਪੀਟਲ ਫੋਰਸ ਮਿਲਦੀ ਹੈ। ਹਾਂਜੀ ਬੇਟਾ ਕਲੀਅਰ। ਤੇ ਜੇ ਨਿਊਕਲੀਅਸ ਦੀ ਗੱਲ ਕਰੀਏ, ਨਿਊਕਲੀਅਸ ਅਰਾਊਂਡ ਤੇ ਇਲੈਕਟ੍ਰੋਨ ਘੁੰਮਦੇ ਪਏ ਨੇ, ਇਹਦਾ ਮਤਲਬ ਇਲੈਕਟ੍ਰੋਨ ਨੂੰ ਵੀ ਸੈਂਟਰੀਪੀਟਲ ਫੋਰਸ ਮਿਲੀ ਹੋਈ ਜੇ। ਪੱਕਾ ਯਾਦ ਕਰ ਲਓ, ਇਲੈਕਟ੍ਰੋਨ ਵੀ ਜਿਹੜਾ ਆਰਬਿਟ ਦੇ ਦੁਆਲੇ ਘੁੰਮ ਰਹੇ ਨੇ, ਉਹਨਾਂ ਨੂੰ ਵੀ ਸੈਂਟਰੀਪੀਟਲ ਫੋਰਸ ਮਿਲੀ ਜੇ। ਤੇ ਉਹ ਕਿੰਨੇ ਦਿੱਤੀ, ਇਲੈਕਟ੍ਰੋਸਟੈਟਿਕ ਫੋਰਸ ਨੇ। ਅਰੇ ਉੱਥੇ ਚਾਰजेस ਹੁੰਦੇ ਨੇ, ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ, ਉਹਨਾਂ ਵਿੱਚ ਅਟਰੈਕਸ਼ਨ ਹੁੰਦੀ ਹੈ, ਉਹਦੇ ਕਰਕੇ ਗਾਂ ਸੈਂਟਰੀਪੀਟਲ ਫੋਰਸ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਸੈਂਟਰੀਪੀਟਲ ਫੋਰਸ ਨੂੰ ਪੈਦਾ ਕਰਨ ਦੇ ਕਈ ਤਰੀਕੇ ਨੇ, ਉਹ ਡਿਪੈਂਡ ਕਰਦਾ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਉਹਦੇ ਅਕੋਰਡਿੰਗ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਨਾਓ ਆਰਬਿਟਲ ਸਪੀਡ ਦੀ ਬੇਟਾ ਜਿਹੜੀ ਡੈਫੀਨੇਸ਼ਨ ਹੈ ਤੁਸੀਂ ਆਪਣੇ ਅਕੋਰਡਿੰਗ ਆਪ ਲਿਖ ਲੈਣਾ, ਤੇ ਮੈਂ ਤੁਹਾਨੂੰ ਜਸਟ ਇੱਕ ਬੋਲ ਦਿੰਦਾ ਕਿ ਆਰਬਿਟਲ ਸਪੀਡ ਕੀ ਹੈ। ਇਟ ਇਜ਼ ਅ ਮਿਨੀਮਮ ਸਪੀਡ, ਮਿਨੀਮਮ ਸਪੀਡ ਜਿਹਦੇ ਰਾਹੀਂ ਆਰਬਿਟ ਇਜ਼ ਸੈਟੇਲਾਈਟ ਇਜ਼ ਮੂਵਿੰਗ in an orbit around the planet. The minimum speed with which satellite is moving in an orbit around the planet is called orbital speed. Now orbital speed ਨੂੰ ਪੈਦਾ ਕਿਵੇਂ ਕੀਤਾ ਜਾਏਗਾ? Suppose ਪਹਿਲਾਂ ਤੇ ਅਸੀਂ ਇੱਥੇ ਲਿਖਾਂਗੇ suppose m small ਕੀ ਹੈ, ਇਹ ਹੈਗਾ mass of ਸਾਡੇ ਕੋਲ ਆ ਗਿਆ ਸੈਟੇਲਾਈਟ। ਕੈਪੀਟਲ M ਕੀ ਹੈ, ਮਾਸ ਆਫ ਅਰਥ। ਕੈਪੀਟਲ R ਕੀ ਹੈਗਾ ਸਾਡੇ ਕੋਲ, ਰੇਡੀਅਸ ਆਫ ਅਰਥ। ਸਮਾਲ h ਕੀ ਚੀਜ਼ ਹੈ ਬੇਟਾ, ਤੁਹਾਨੂੰ ਪਹਿਲਾਂ ਹੀ ਦੱਸਤਾ ਹੈ, ਇਹ ਹਾਈਟ ਹੈ। ਕਾਦੀ ਹਾਈਟ ਹੈ, ਸੈਟੇਲਾਈਟ ਦੀ। ਕਿੱਥੋਂ ਲੈਣੀ ਹੈ, ਇਹ ਜ਼ਰੂਰ ਲਿਖਣਾ ਹੈ ਕਿੱਥੋਂ ਲੈਣੀ ਹੈ, ਫਰੋਮ ਦੀ, ਹਾਂਜੀ ਕਿੱਥੋਂ ਲੈਣੀ ਬੇਟਾ, ਫਰੋਮ ਦੀ ਸਰਫੇਸ ਆਫ ਅਰਥ ਤੋਂ ਲੈਣੀ ਹੈ। ਇਹ ਸਾਰਾ ਕੁਝ ਜੋ ਮੈਂ ਬੋਲਿਆ ਸੀ ਮੈਂ ਇੱਥੇ ਲਿਖਤਾ MMRH, ਹਾਈਟ ਆਫ ਸੈਟੇਲਾਈਟ ਫਰੋਮ ਦਾ ਸਰਫੇਸ ਆਫ ਅਰਥ। ਇੱਕ ਸਾਡੇ ਕੋਲ ਬੇਟਾ ਸਮਾਲ r ਵੀ ਹੈਗਾ। ਸਮਾਲ r ਕੀ ਹੈ, ਰੇਡੀਅਸ ਆਫ ਆਰਬਿਟ। ਇਹ ਆਰਬਿਟ ਦਾ ਰੇਡੀਅਸ ਹੈ, ਇਹ ਆਰਬਿਟ ਦਾ ਰੇਡੀਅਸ ਸਮਾਲ r, ਤੇ ਸਮਾਲ r ਦੀ ਵੈਲਿਊ ਹੈ ਕਿੰਨੀ, ਕੈਪੀਟਲ R ਪਲੱਸ h। ਆਈ ਥਿੰਕ ਬੇਟਾ ਇਸ ਤੋਂ ਤੁਹਾਨੂੰ ਕਲੀਅਰ ਹੋ ਗਿਆ। ਨਾਓ since this satellite is orbiting around the earth, therefore ਸਾਡੇ ਕੋਲ ਕੀ ਆਏਗਾ, ਸੈਂਟਰੀਪੀਟਲ ਫੋਰਸ ਕਿਹਦੇ ਇਕੁਅਲ ਹੋਏਗੀ, ਗ੍ਰੈਵੀਟੇਸ਼ਨਲ ਫੋਰਸ। ਹੁਣੇ ਤੁਹਾਨੂੰ ਮੈਂ ਸਾਰਾ ਸਮਝਾਤਾ ਕਿ ਸੈਂਟਰੀਪੀਟਲ ਫੋਰਸ ਨੂੰ ਪੈਦਾ ਕਰਨ ਵਾਲਾ ਕੌਣ ਹੈ, ਗ੍ਰੈਵੀਟੇਸ਼ਨਲ ਫੋਰਸ। Centripetal force will be equal to gravitational force. Now please tell me what is the formula? ਤੁਹਾਨੂੰ ਪਹਿਲੇ ਕਿਹਾ ਸੀ, ਯਾਦ ਕਰ ਲਓ। Centripetal force ਦਾ formula mv²/r। ਇੱਥੇ ਬੇਟਾ 0 ਪਾ ਦੇਣਾ ਹੈ, o ਪਾ ਦੇਣਾ ਹੈ, ਕਹਿਣ ਦਾ ਮਤਲਬ ਇਹ ਆਰਬਿਟਲ ਸਪੀਡ ਹੈ। ਕਲੀਅਰ। m ਛੋਟਾ ਕਿਉਂ ਆਇਆ, ਪਹਿਲਾਂ ਦੱਸੋ m ਛੋਟਾ ਕਿਉਂ। ਇਹ ਸੈਂਟਰੀਪੀਟਲ ਫੋਰਸ ਹੈ ਜਿਹੜੀ ਉਹਨੂੰ ਮਿਲਣੀ ਜਿਹੜੀ ਬਾਡੀ ਘੁੰਮਦੀ ਪਈ ਆ, ਅਰਥ ਨਹੀਂ ਘੁੰਮ ਰਹੀ, ਸੈਟੇਲਾਈਟ ਘੁੰਮ ਰਿਹਾ, ਇਸ ਕਰਕੇ ਸੈਟੇਲਾਈਟ ਦਾ ਮਾਸ ਆਏਗਾ। ਵਾਟ ਇਜ਼ ਦਿਸ, ਇਟ ਇਜ਼ ਅ ਰੇਡੀਅਸ ਆਫ ਦਾ ਆਰਬਿਟ। ਇਹ ਆ ਗਿਆ। ਇਹਨੂੰ ਪੈਦਾ ਕਰਨ ਵਾਲਾ ਕੌਣ, ਗ੍ਰੈਵੀਟੇਸ਼ਨਲ ਫੋਰਸ ਦਾ ਫਾਰਮੂਲਾ Gm ਓਵਰ ਗ੍ਰੈਵੀਟੇਸ਼ਨਲ ਫੋਰਸ ਇਹਦੇ ਵਿੱਚ, ਤੇ ਇਹ ਡਿਸਟੈਂਸ ਕਿੱਥੋਂ ਤੱਕ ਲਈਦਾ ਹੈ, ਡਿਸਟੈਂਸ ਮੇਜਰ ਸੈਂਟਰ ਟੂ ਸੈਂਟਰ ਲੈਣਾ ਹੈ। ਇੱਥੋਂ ਲੈ ਕੇ ਇੱਥੋਂ ਤੱਕ ਕਿੰਨਾ ਡਿਸਟੈਂਸ ਹੈ, ਓਵਰ ਆ ਜਾਏਗਾ r²। mv0² over r is equal to gmm over r²। ਸਮਾਲ m ਨਾਲ ਸਮਾਲ m ਕੈਂਸਲ, ਇੱਕ r ਨਾਲ ਸਾਡਾ r ਕੈਂਸਲ, ਸਾਡੇ ਕੋਲ ਬਚ ਗਿਆ v0² is equal to gm over ਕਿੰਨਾ ਆ ਗਿਆ ਸਾਡੇ ਕੋਲ r ਆ ਗਿਆ।
ਨਾਓ ਵਾਟ ਇਜ਼ v ਨੋਟ, ਸਾਡੀ v orbital vo ਜਿਹੜਾ ਹੈ v orbital gm divided by r ਉੱਪਰ ਆ ਗਿਆ ਸਾਡੇ ਕੋਲ ਕਿੰਨਾ square root। this is the formula for orbital speed of the satellite। ਇਹ ਸਾਡੀ ਜਿਹੜੀ ਹੈ orbital speed ਦਾ ਫਾਰਮੂਲਾ ਹੈ gm over r। ਧਿਆਨ ਨਾਲ ਦੇਖੋ ਨੀਚੇ r ਜੇ r ਦਾ ਮਤਲਬ ਸੈਟੇਲਾਈਟ ਤੋਂ ਲੈ ਕੇ ਅਰਥ ਦੇ ਸੈਂਟਰ ਤੱਕ ਦਾ ਜਿਹੜਾ ਅਸੀਂ ਜਿਹੜਾ ਡਿਸਟੈਂਸ ਹੈ ਉਹ ਆਪਾਂ ਪੁੱਟ ਕਰਨਾ ਹੈ। ਨਾਓ ਇਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, r ਦੀ ਵੈਲਿਊ ਇੱਥੇ ਪੁੱਟ ਕਰ ਦਿੰਦੇ ਆ। ਸਾਡੇ ਕੋਲ ਆ ਗਿਆ orbital speed is equal to ਇਹ ਆ ਗਿਆ gm over r plus h। ਇਹਦੀ ਜਗ੍ਹਾ ਦੇ ਉੱਤੇ ਅਸੀਂ ਇਹਦੀ ਵੈਲਿਊ ਪੁੱਟ ਕਰਤੀ r plus h ਹੈ। ਟੋਟਲ r ਸੀ ਕੈਪੀਟਲ R plus h ਆ ਵੈਲਿਊ ਅਸੀਂ ਉੱਥੇ ਲਗਾ ਦਿੱਤੀ ਹੈ। ਨਾਓ ਦਿਸ ਇਜ਼ ਆਲਸੋ ਦਾ ਫਾਰਮੂਲਾ ਫॉर ਇਹ ਕਾਹਦਾ ਫਾਰਮੂਲਾ ਬਣ ਗਿਆ ਬੇਟਾ ਸਾਡੇ ਕੋਲ orbital speed। ਬੇਟਾ ਕੁਛ ਨਹੀਂ ਕੀਤਾ, ਗ੍ਰੈਵਿਟੇਸ਼ਨਲ ਫੋਰਸ ਨੂੰ ਸੈਂਟਰੀਪੀਟਲ ਫੋਰਸ ਦੇ ਇਕੁਅਲ ਕਰਤਾ, ਬਸ ਵਿੱਚੋਂ ਤੁਹਾਡੀ orbital speed ਮਿੰਟੋ ਮਿੰਟੀ ਬਾਹਰ ਆਏਗੀ। ਨਾਓ ਬੇਟਾ ਕਲੀਅਰ। ਬਟ ਇਹ ਤੁਸੀਂ ਅੱਗੇ ਵੀ ਕੀਤਾ ਸੀ ਸਮਾਲ g ਦਾ ਫਾਰਮੂਲਾ, ਜੇ ਤੁਹਾਨੂੰ ਯਾਦ ਹੋਵੇ ਤਾਂ ਠੀਕ ਹੈ, ਮੈਂ ਤੇ ਵੈਸੇ ਲਿਖ ਹੀ ਦਿੱਤਾ ਹੈ ਸਮਾਲ g ਦਾ ਫਾਰਮੂਲਾ gm over r square। ਇਹ ਬਹੁਤ ਵਾਰੀ ਤੁਸੀਂ ਜਿਹੜਾ ਹੈ ਉਹ ਯੂਜ਼ ਕੀਤਾ। ਇਹਦੇ ਤੋਂ ਅਸੀਂ gm ਦੀ ਵੈਲਿਊ ਨਿਕਾਲ ਲੈਂਦੇ ਹਾਂ। gm ਦੀ ਵੈਲਿਊ ਆ ਗਈ gr square, ਇਹਨੂੰ ਉੱਪਰ ਲੈ ਗਏ gm ਦੀ ਵੈਲਿਊ gr square। ਇਹਦੀ ਜਗ੍ਹਾ ਤੇ ਆ ਵੈਲਿਊ ਪੁੱਟ ਕਰਨ ਲੱਗਾ ਜੇ ਮੈਂ। ਸਾਡੇ ਕੋਲ ਜਿਹੜਾ ਹੈ orbital speed ਅੰਡਰ ਰੂਟ ਦੇ ਵਿੱਚ gr square, gm ਦੀ ਜਗ੍ਹਾ ਤੇ gr square ਤੇ ਓਵਰ ਆ ਗਿਆ ਸਾਡੇ ਕੋਲ r plus h। ਇਹ ਸਾਡੇ ਕੋਲ ਜਿਹੜਾ ਹੈ orbital speed ਦਾ ਇੱਕ ਫਾਰਮੂਲਾ ਦੂਸਰੇ ਰੂਪ ਚ ਬਣ ਗਿਆ। ਵੈਸੇ ਆਹ ਫਾਰਮੂਲਾ ਹੈ ਤੇ ਜੇ ਇਹਨੂੰ gm ਦੀ ਵੈਲਿਊ ਪੁੱਟ ਕਰ ਦੋਗੇ ਤੇ ਉਹਦੇ ਅਕੋਰਡਿੰਗ ਇਹ ਫਾਰਮੂਲਾ ਸਾਡੇ ਕੋਲ ਜਿਹੜਾ ਹੈ ਉਹ ਤਿਆਰ ਹੋ ਜਾਏਗਾ। ਨਾਓ ਆਈ ਥਿੰਕ ਤੁਹਾਨੂੰ ਇੱਥੋਂ ਤੱਕ ਸਾਰਾ ਜਿਹੜਾ ਹੈ ਆਰਟੀਕਲ ਕਲੀਅਰ ਹੋ ਗਿਆ orbital speed ਦਾ। ਨਾਓ ਇਫ ਬੇਟਾ ਕੰਡੀਸ਼ਨ ਹੈ ਬੜੇ ਧਿਆਨ ਨਾਲ ਨੋਟ ਕਰਨੀ ਹੈ। ਇਫ ਸੈਟੇਲਾਈਟ, ਜੇ ਸੈਟੇਲਾਈਟ ਜਿਹੜਾ ਹੈ is revolving near the surface of earth, ਜੇ ਸੈਟੇਲਾਈਟ ਅਰਥ ਦੇ ਲਾਗੇ ਲਾਗੇ ਬੇਟਾ ਮੂਵ ਕਰ ਰਿਹਾ ਹੈ, then ਜੇ ਅਰਥ ਦੇ ਲਾਗੇ ਲਾਗੇ ਮੂਵ ਕਰ ਰਿਹਾ ਇਹਦਾ ਮਤਲਬ ਹਾਈਟ ਬਹੁਤ ਘਟ ਗਈ as compared to radius। ਬੇਟਾ radius 6400 ਕਿਲੋਮੀਟਰ ਹੈ, ਇੰਨਾ ਜ਼ਿਆਦਾ radius ਤੇ ਉਹਦੇ ਮੁਕਾਬਲੇ ਇਹ ਹਾਈਟ ਬਹੁਤ ਛੋਟੀ ਪੈ ਜਾਏਗੀ। ਜੇਕਰ ਸੈਟੇਲਾਈਟ ਰਿਵੋਲਵਿੰਗ ਨੀਅਰ ਦਾ ਸਰਫੇਸ ਆਫ ਅਰਥ then r equal to ਜਿਹੜਾ ਸਾਡਾ ਜਿਹੜਾ ਹੈ then r equal to ਕਿੰਨਾ ਹੈ r plus h equal to r। r plus h r ਦੇ equal ਹੋਏਗਾ, equal to ਲਗਭਗ equal to approximately। h ਨੂੰ ਵਿੱਚੋਂ ਮੈਂ ਨੈਗਲੈਕਟ ਕਰਤਾ, h ਨੂੰ ਉਦੋਂ ਛੱਡ ਦੇਣਾ ਹੈ ਜਦੋਂ ਸੈਟੇਲਾਈਟ ਅਰਥ ਦੇ ਲਾਗੇ ਹੋਵੇ, ਤੇ ਜਦੋਂ ਅਰਥ ਦੇ ਲਾਗੇ ਹੀ ਹੈ ਤੇ ਇਹਦਾ ਮਤਲਬ ਉਹ ਹਾਈਟ 6400 ਕਿਲੋਮੀਟਰ ਦੇ ਮੁਕਾਬਲੇ ਬਹੁਤ ਘੱਟ ਹੈ, ਅਸੀਂ ਉਹਨੂੰ ਛੱਡ ਸਕਦੇ ਹਾਂ ਆਰਾਮ ਨਾਲ, ਕੋਈ ਸਾਨੂੰ ਪ੍ਰੋਬਲਮ ਨਹੀਂ ਆਏਗੀ। ਇਹਦਾ ਮਤਲਬ r plus h ਕਿਹਦੇ ਇਕੁਅਲ ਆ ਜਾਏਗਾ r, ਇਹਦੇ ਵਿੱਚੋਂ ਕਿਹਨੂੰ ਛੱਡ ਦਾਂਗੇ h ਨੂੰ ਨੈਗਲੈਕਟ ਕਰ ਦਾਂਗੇ। therefore orbital velocity is equal to gr square over r, ਇਹ ਬਣ ਜਾਏਗੀ। h ਨੂੰ ਵਿੱਚੋਂ ਨੈਗਲੈਕਟ ਕਰਤਾ, ਜਦੋਂ h ਛੱਡ ਦਾਂਗੇ ਆਹ ਹਿੱਸਾ ਸਾਡੇ ਕੋਲ ਬਣ ਜਾਏਗਾ। then ਜੇ ਆਹ ਚੀਜ਼ ਆ ਗਈ ਤੇ ਬੇਟਾ ਇੱਕ r ਨਾਲ r ਸਾਡਾ ਵਿੱਚੋਂ ਕੈਂਸਲ ਤੇ orbital velocity ਦਾ ਫਾਰਮੂਲਾ ਕੀ ਬਣ ਗਿਆ v naught orbital velocity is equal to under root gr। ਇਹ ਸਾਡੀ ਜਿਹੜੀ ਹੈ orbital speed ਬੋਲੋ orbital velocity ਜਿਹੜੀ ਹੈ ਇਹਦੀ ਜਿਹੜੀ ਹੈ ਸਾਡੇ ਕੋਲ ਵੈਲਿਊ ਜਿਹੜੀ ਸਾਡੇ ਕੋਲ ਆ ਚੁੱਕੀ ਹੈ। ਇਹ ਫਾਰਮੂਲਾ ਤਾਂ ਲੱਗਣਾ ਹੈ ਜੇਕਰ ਸਾਡਾ ਸੈਟੇਲਾਈਟ
is just revolving near the surface of अर्थ ਦੇ ਲਾਗੇ ਲਾਗੇ मूव कर रहे। हाँ जी बेटा क्लियर। G ਦੀ ਵੈਲਿਊ ਸਭ ਨੂੰ ਪਤਾ ਹੈ 9.8। R ਦੀ ਵੈਲਿਊ ਜੇ ਕਿਲੋਮੀਟਰ ਚ ਭਰਨੀ ਹੈ ਤੇ 6400 ਕਿਲੋਮੀਟਰ ਭਰ ਦਾਂਗੇ ਆਪਾਂ। ਜਦੋਂ ਇਹਨਾਂ ਦੀ ਵੈਲਿਊ ਇੱਥੇ ਪੁੱਟ ਕਰ ਦਿੱਤੀ 9.8 ਤੇ ਇੱਥੇ ਜਿਹੜਾ ਹੈ ਅਸੀਂ 6400 ਕਿਲੋਮੀਟਰ ਜਾਂ ਮੀਟਰ ਚ ਕਰ ਲਓ ਪਹਿਲਾਂ 6.4 into 10 ਦੀ ਪਾਵਰ 6 ਉਹ ਵੈਲਿਊ ਪੁੱਟ ਕੀਤੀ। ਪੁੱਟ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਸੋਲਵ ਕੀਤਾ ਤੇ ਸੋਲਵ ਕਰਕੇ ਸਾਡੇ ਕੋਲ ਜਿਹੜਾ ਰਿਜ਼ਲਟ ਆਇਆ ਉਹ ਕਿੰਨਾ ਆਂਦਾ ਹੈ 7.92 ਕਿਲੋਮੀਟਰ ਪਰ ਸੈਕਿੰਡ। ਜਿਹੜਾ ਸੈਟੇਲਾਈਟ ਅਰਥ ਦੇ ਬਿਲਕੁਲ ਨੀਅਰ ਲਾਗੇ ਲਾਗੇ ਘੁੰਮਦਾ ਪਿਆ ਉਹਨੂੰ ਆਰਬਿਟ ਦੇ ਵਿੱਚ ਪੁੱਟ ਕਰਨ ਦੇ ਲਈ ਸਾਨੂੰ ਜਿਹੜੀ ਸਪੀਡ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ 7.92 ਲਗਭਗ 8। ਦੇਖੋ ਧਿਆਨ ਨਾਲ ਲੱਗੇ ਯੂਨਿਟ ਕਿਲੋਮੀਟਰ ਪਰ ਸੈਕਿੰਡ। 1 ਸੈਕਿੰਡ ਦੇ ਵਿੱਚ 7.92 ਕਿਲੋਮੀਟਰ ਉਹ ਮੂਵ ਕਰੇ। ਅਰੇ ਇਹ ਤਾਂ ਬਹੁਤ ਜ਼ਿਆਦਾ ਸਪੀਡ ਹੈ। 1 ਸੈਕਿੰਡ ਲਾ ਹੋ ਵੀ ਗਿਆ ਜੇ 1 ਸੈਕਿੰਡ ਚ ਕਿੰਨਾ 7.92 ਕਿਲੋਮੀਟਰ ਅਤੇ ਬਹੁਤ ਜ਼ਿਆਦਾ ਤੇ ਸਾਡੇ ਵੱਸ ਵਿੱਚ ਤੇ ਇਹ ਸਪੀਡ ਨਹੀਂ ਹੁੰਦੀ। ਇਸ ਕਰਕੇ ਜਦੋਂ ਵੀ ਅਸੀਂ ਕੋਈ ਚੀਜ਼ ਸੁੱਟਦੇ ਹਾਂ ਉਹ ਦੂਰ ਜਾ ਕੇ ਜਿਹੜੀ ਹੈ ਥੱਲੇ ਉਹ ਡਿੱਗ ਪੈਂਦੀ ਹੈ। ਹਾਂਜੀ ਬੇਟਾ ਕਲੀਅਰ। ਆਈ ਥਿੰਕ ਤੁਹਾਨੂੰ ਜਿਹੜਾ ਅੱਜ ਦਾ ਜਿਹੜਾ ਟੌਪਿਕ ਹੈ ਸਾਰਾ ਕਲੀਅਰ ਹੋ ਗਿਆ। ਹਾਲੇ ਅਸੀਂ ਸਿਰਫ ਤੇ ਸਿਰਫ ਆਰਬਿਟਰ ਸਪੀਡ ਨਿਕਾਲੀ ਹੈ। ਹੁਣ ਅਸੀਂ ਜਿਹੜਾ ਨੈਕਸਟ ਸਾਡਾ ਜਿਹੜਾ ਲੈਕਚਰ ਹੋਏਗਾ ਉਹਦੇ ਵਿੱਚ ਇਹਨੂੰ ਅਸੀਂ ਕੰਟੀਨਿਊ ਕਰਨਾ ਹੈ। ਉਦੋਂ ਅਸੀਂ ਇੱਕ ਤੇ ਹਾਈਟ ਨਿਕਾਲਾਂਗੇ ਸੈਟੇਲਾਈਟ ਦੀ, ਕਿੰਨੀ ਹਾਈਟ ਤੇ ਸੈਟੇਲਾਈਟ ਜਿਹੜਾ ਹੈ ਉਹ ਮੂਵ ਕਰ ਰਿਹਾ ਹੈ ਤੇ ਉਹ ਇੱਕ ਚੱਕਰ ਪੂਰਾ ਕਰਨ ਦਾ ਉਹਦਾ ਕਿੰਨਾ ਟਾਈਮ ਹੈ। ਜਦੋਂ ਸੈਟੇਲਾਈਟ ਅਰਥ ਦੇ ਦੁਆਲੇ ਘੁੰਮਦਾ ਪਿਆ ਹੈ ਉਦੋਂ ਉਹਨੂੰ ਕਿੰਨਾ ਸਮਾਂ ਲੱਗੇਗਾ ਇੱਕ ਚੱਕਰ ਪੂਰਾ ਕਰਨ ਦਾ ਟਾਈਮ, ਜਿਹਨੂੰ ਅਸੀਂ ਬੋਲਦੇ ਹਾਂ ਟਾਈਮ ਪੀਰੀਅਡ, ਉਹ ਵੀ ਜਿਹੜਾ ਹੈ ਅਸੀਂ ਨਿਕਾਲਣਾ ਹੈ। ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਅਸੀਂ ਜਿਹੜੀ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਤੇ ਨਾਲ ਦੇ ਨਾਲ ਇਹਦੀ ਜਿਹੜੀ ਹੈ ਟੋਟਲ એનર્ਜੀ ਵੀ ਜਿਹੜੀ ਹੈ ਸੈਟੇਲਾਈਟ ਦੀ ਆਪਾਂ ਨਿਕਾਲਣੀ ਹੈ। ਹਾਂਜੀ ਹੁਣ ਤੱਕ ਜਿੰਨਾ ਤੁਹਾਨੂੰ ਕਲੀਅਰ ਹੋਇਆ ਆਈ ਥਿੰਕ ਤੁਹਾਨੂੰ ਸਾਰਾ ਕਲੀਅਰ ਹੋ ਗਿਆ। ਇਹਨੂੰ ਚੰਗੇ ਤਰੀਕੇ ਦੇ ਨਾਲ ਇਹਨੂੰ ਸਮਝੋ, ਬਾਰ-ਬਾਰ ਦੇਖੋ। ਇੱਕ ਵਾਰੀ ਨਹੀਂ ਕਲੀਅਰ ਹੁੰਦਾ 2 ਵਾਰੀ ਦੇਖੋ ਵੀਡੀਓ ਨੂੰ, ਕਲੀਅਰ ਕਰਕੇ